आप सब ਨੂੰ ਸਤਿ ਸ਼੍ਰੀ ਅਕਾਲ। ਦੋਸਤੋ, ਪੰਜਾਬ ਸਰਕਾਰ ਵੱਲੋਂ 21 ਸਤੰਬਰ ਨੂੰ ਪੰਜਾਬ ਦੇ ਮੁਲਾਜ਼ਮਾਂ ਦੇ ਲਈ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਇੱਕ ਤਰੁੱਟੀਆਂ ਦੂਰ ਕਰਨ ਦੇ ਲਈ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਦੇ ਵਿੱਚ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਜਾਂ ਫਿਰ ਪੈਨਸ਼ਨਰਾਂ ਦੇ ਨਾਲ ਸੰਬੰਧਿਤ ਜੋ ਵੀ ਮਸਲੇ ਨੇ ਉਹਨਾਂ ਦਾ ਹੱਲ ਕੀਤਾ ਜਾਵੇਗਾ। ਪਰ ਵੱਡਾ ਸਵਾਲ ਇਹ ਹੈ ਕਿ ਇਸ ਕਮੇਟੀ ਦਾ ਗਠਨ ਕਰਨਾ ਜ਼ਰੂਰੀ ਕਿਉਂ ਸੀ? 6ਵੇਂ ਪੇ ਕਮਿਸ਼ਨ ਦੇ ਵਿੱਚ ਕਿਹੜੀਆਂ-ਕਿਹੜੀਆਂ ਤਰੁੱਟੀਆਂ ਨੇ ਤੇ ਕਿਸ ਨੂੰ ਇਹਨਾਂ ਤਰੁੱਟੀਆਂ ਦੇ ਦੂਰ ਹੋਣ ਤੋਂ ਬਾਅਦ ਲਾਭ ਹੋਵੇਗਾ। ਸੋ ਆਓ ਡਿਟੇਲ ਦੇ ਵਿੱਚ ਜਾਣਕਾਰੀ ਲੈਂਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ। ਦੋਸਤੋ, 2 ਦਿਨ ਪਹਿਲਾਂ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ ਕਮੇਟੀ ਦਾ ਗਠਨ ਕੀਤਾ ਗਿਆ 6ਵੇਂ ਪੇ ਕਮਿਸ਼ਨ ਦੇ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਦੇ ਲਈ, ਔਰ 2.5 ਸਾਲ ਦਾ ਸਮਾਂ ਲਗਭਗ ਹੋ ਗਿਆ ਹੈ ਜਦੋਂ ਕਿ ਇਹ ਜਿਹੜਾ ਪੇ ਕਮਿਸ਼ਨ ਹੈ ਇਹ ਇੰਪਲੀਮੈਂਟ ਕੀਤਾ ਗਿਆ ਸੀ। ਯਾਨੀ ਕਿ ਇਹ ਜਿਹੜਾ ਪੇ ਕਮਿਸ਼ਨ ਹੈ 1/7/2021 ਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਸੀ ਔਰ ਇਸ ਨੂੰ ਇਫੈਕਟਿਵ ਕੀਤਾ ਗਿਆ ਸੀ 1/1/2016 ਤੋਂ। ਯਾਨੀ ਕਿ 5.5 ਸਾਲ ਦਾ ਜਿਹੜਾ ਏਰੀਅਰ ਹੈ ਉਹ ਵੀ ਹਜੇ ਤੱਕ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ। ਸੋ ਵੱਡੀ ਗੱਲ ਇਹੀ ਹੈ, ਬਹੁਤ ਸਾਰੇ ਸਵਾਲ ਜਿਹੜੇ ਨੇ ਸਾਡੀ ਵੀਡੀਓ ਤੇ ਇਸ ਤਰ੍ਹਾਂ ਦੇ ਆ ਰਹੇ ਸੀ ਕਿ ਸਰਕਾਰ ਜਿਹੜਾ ਹੈ ਸਮਾਂ ਬਤੀਤ ਕਰਨਾ ਚਾਹੁੰਦੀ ਹੈ ਜਾਂ ਫਿਰ ਇਸ ਕਮੇਟੀ ਦਾ ਕੋਈ ਫਾਇਦਾ ਨਹੀਂ ਹੋਵੇਗਾ। ਤਾਂ ਮੈਂ ਜਾਣਕਾਰੀ ਦੇ ਦਾਂ ਕਿ ਜਦੋਂ ਵੀ ਪੇ ਕਮਿਸ਼ਨ ਲਾਗੂ ਕੀਤਾ ਜਾਂਦਾ ਹੈ ਪੰਜਾਬ ਦੇ ਵਿੱਚ ਤਾਂ ਕੁਝ ਸਮੇਂ ਬਾਅਦ ਪੇ ਅਨੋਮਲੀ ਕਮੇਟੀ ਜਿਹੜੀ ਹੈ ਬਣਾਈ ਜਾਂਦੀ ਹੈ ਜੋ ਕਿ ਤਰੁੱਟੀਆਂ ਨੂੰ ਯਾਨੀ ਅਨੋਮਲੀਜ਼ ਨੂੰ ਦੂਰ ਕਰਦੀ ਹੈ। ਸੋ ਇਹ ਇੱਕ ਰੂਟੀਨ ਪ੍ਰੈਕਟਿਸ ਹੈ, ਯਾਨੀ ਕਿ 6ਵੇਂ ਪੇ ਕਮਿਸ਼ਨ ਤੋਂ ਬਾਅਦ ਇਸ ਕਮੇਟੀ ਦਾ ਗਠਨ ਜਿਹੜਾ ਹੋਣਾ ਬੜਾ ਜ਼ਰੂਰੀ ਸੀ। ਪਰ ਇਸ ਦੇ ਵਿੱਚ ਕੁਝ ਦੇਰੀ ਜ਼ਰੂਰ ਹੋਈ ਹੈ, ਕੁਝ ਸਮਾਂ ਜ਼ਰੂਰ ਲੱਗਿਆ ਹੈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਹੈ ਜੱਦੋ ਜਹਿਦ ਕਰਨੀ ਪਈ ਹੈ ਤਾਂ ਜੋ ਪੰਜਾਬ ਸਰਕਾਰ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਇਸ ਕਮੇਟੀ ਦਾ ਗਠਨ ਕਰੇ। ਹੁਣ ਵੱਡਾ ਸਵਾਲ ਇਹ ਹੈ ਕਿ ਇਸ ਕਮੇਟੀ ਦਾ ਕੀ ਕੋਈ ਫਾਇਦਾ ਹੋਵੇਗਾ ਜਾਂ ਫਿਰ ਇਸ ਕਮੇਟੀ ਵੱਲੋਂ ਜਿਹੜਾ ਹੈ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਤੇ ਪੈਨਸ਼ਨ ਨੇ ਉਹਨਾਂ ਦੇ ਮੁੱਦੇ ਚੁੱਕੇ ਜਾਣਗੇ ਜਾਂ ਫਿਰ ਉਹਨਾਂ ਦੇ ਵਿੱਚ ਜੋ ਵੀ ਰੋਸ ਪਾਇਆ ਜਾ ਰਿਹਾ, ਜੋ ਵੀ ਤਰੁੱਟੀਆਂ ਉਹਨਾਂ ਵੱਲੋਂ ਚਾਹੀਆਂ ਗਈਆਂ ਨੇ ਕਿ ਦੂਰ ਕਰਨੀਆਂ, ਉਹ ਇਸ ਕਮੇਟੀ ਵੱਲੋਂ ਕੀਤੀਆਂ ਜਾਣਗੀਆਂ ਜਾਂ ਫਿਰ ਨਹੀਂ। ਔਰ ਪੇ ਕਮਿਸ਼ਨ ਦੇ ਵਿੱਚ ਅਨੋਮਲੀਜ਼ ਨੂੰ ਜਾਂ ਫਿਰ ਤਰੁੱਟੀਆਂ ਨੂੰ ਦੂਰ ਕਰਨਾ ਜ਼ਰੂਰੀ ਕਿਉਂ ਹੈ? ਇਸ ਸਵਾਲ ਦਾ ਜਵਾਬ ਜਿਹੜਾ ਜ਼ਰੂਰ ਇਸ ਵੀਡੀਓ ਦੇ ਵਿੱਚ ਜਿਹੜਾ ਹੈ ਕੋਸ਼ਿਸ਼ ਕਰਾਂਗੇ ਜਵਾਬ ਦੇਣ ਦੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਲੱਖਾਂ ਹੀ ਮੁਲਾਜ਼ਮ ਨੇ, ਲੱਖਾਂ ਹੀ ਪੈਨਸ਼ਨਰ ਨੇ। ਬਹੁਤ ਸਾਰੀਆਂ ਅਨੋਮਲੀਜ਼ ਜਿਹੜੀਆਂ ਨੇ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਪਾਈਆਂ ਗਈਆਂ ਨੇ। ਇੱਕ ਕਰਕੇ ਇਹਨਾਂ ਦਾ ਜ਼ਰੂਰ ਜਿਹੜਾ ਹੈ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 15% ਦੇ ਫਾਰਮੂਲੇ ਦੀ। 15% ਦਾ ਫਾਰਮੂਲਾ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਜਦੋਂ ਇਹ ਮੰਗ ਕੀਤੀ ਗਈ ਕਿ 2.25 ਦੇ ਫੈਕਟਰ ਦੇ ਨਾਲ ਮੁਲਾਜ਼ਮਾਂ ਨੂੰ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਇਸ ਦੀ ਚੋਣ ਜਿਹੜੀ ਹੈ ਉਹ 6ਵੇਂ ਪੇ ਕਮਿਸ਼ਨ ਦੇ ਵਿੱਚ ਦਿੱਤੀ ਗਈ ਸੀ ਕਿ ਜਾਂ ਤਾਂ ਤੁਸੀਂ 2.25 ਫੈਕਟਰ ਲੈ ਲਓ ਜਾਂ ਫਿਰ 2.59। ਜਿਨ੍ਹਾਂ ਮੁਲਾਜ਼ਮਾਂ ਨੂੰ 2011 ਦੇ ਵਿੱਚ ਜਿਹੜੇ ਨੇ ਸਕੇਲ ਮਿਲ ਗਏ ਸੀ ਜਾਂ ਫਿਰ ਸਕੇਲ ਰਿਵਾਈਜ਼ ਹੋ ਗਈ ਸੀ ਉਹਨਾਂ ਨੂੰ 2.25 ਦਾ ਫੈਕਟਰ ਦਿੱਤਾ ਗਿਆ ਸੀ, ਔਰ ਜਿਨ੍ਹਾਂ ਨੂੰ 2011 ਦੇ ਵਿੱਚ ਕੋਈ ਲਾਭ ਨਹੀਂ ਮਿਲਿਆ ਉਹਨਾਂ ਨੂੰ 2.59 ਦਾ ਫੈਕਟਰ ਦਿੱਤਾ ਗਿਆ ਸੀ। 2.25 ਦਾ ਜਿਹੜਾ ਫੈਕਟਰ ਹੈ, ਜਦੋਂ ਮੁਲਾਜ਼ਮਾਂ ਨੇ ਇਸ ਤੋਂ ਇਨਕਾਰੀ ਕੀਤਾ ਤਾਂ ਇਸ ਤੋਂ ਬਿਹਤਰ ਫੈਕਟਰ ਦੀ ਮੰਗ ਕੀਤੀ ਤਾਂ ਫਿਰ ਇੱਕ 15% ਦਾ ਫਾਰਮੂਲਾ ਜਿਹੜਾ ਹੈ ਉਹ ਮੁਲਾਜ਼ਮਾਂ ਦੀ ਜੱਦੋ ਜਹਿਦ ਤੋਂ ਬਾਅਦ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਈ ਉਸ ਵਕਤ ਜਿਹੜੇ ਕੈਬਨਿਟ ਮੰਤਰੀ ਸੀ ਉਹਨਾਂ ਦੇ ਨਾਲ, ਸੋ 15% ਦਾ ਫਾਰਮੂਲਾ ਜਿਹੜਾ ਉਸ ਵਿੱਚੋਂ ਨਿਕਲ ਕੇ ਆਇਆ। ਅਗਰ ਫੈਕਟਰ ਦੀ ਗੱਲ ਕਰੀਏ ਤਾਂ 15% ਦਾ ਫਾਰਮੂਲਾ ਲਗਭਗ 2.45 ਦਾ ਜਿਹੜਾ ਲਾਭ ਹੈ ਉਹ ਦੇ ਰਿਹਾ ਸੀ, ਯਾਨੀ ਕਿ 2.25 ਤੋਂ ਇੱਕ ਬਿਹਤਰ ਫੈਕਟਰ ਜਿਹੜਾ ਹੈ ਮੁਲਾਜ਼ਮਾਂ ਨੂੰ ਮਿਲ ਗਿਆ। ਪਰ ਮੁਲਾਜ਼ਮਾਂ ਵੱਲੋਂ ਜਿਹੜੀ ਹੈ ਇਸ ਫੈਕਟਰ ਦੀ ਮੰਗ ਕੀਤੀ ਗਈ ਸੀ, ਪਰ ਪੈਨਸ਼ਨਰ ਜਿਹੜੇ ਨੇ ਜਿਨ੍ਹਾਂ ਦੀ ਰਿਟਾਇਰਮੈਂਟ 1/1/2016 ਤੋਂ ਪਹਿਲਾਂ ਸੀ ਉਹਨਾਂ ਨੂੰ ਇਹ ਜਿਹੜਾ ਫੈਕਟਰ ਹੈ ਉਹ ਜਿਉਂ ਦਾ ਤਿਉਂ ਹੀ ਦੇ ਦਿੱਤਾ ਗਿਆ। ਯਾਨੀ ਕਿ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਮੰਗ ਜਿਹੜੀ ਹੈ ਪੈਨਸ਼ਨਰਸ ਵੱਲੋਂ ਨਹੀਂ ਕੀਤੀ ਗਈ। ਉਹਨਾਂ ਨੂੰ ਜਿਹੜਾ ਹੈ ਇਹ ਸੀ ਕਿ 2.59 ਦਾ ਫੈਕਟਰ ਜਿਹੜਾ ਉਹਨਾਂ ਨੂੰ ਦਿੱਤਾ ਜਾਵੇਗਾ, ਪਰ 2.45 ਦਾ ਫੈਕਟਰ ਹੀ ਉਹਨਾਂ ਨੂੰ ਦਿੱਤਾ ਗਿਆ। ਸੋ ਹੁਣ ਸਭ ਤੋਂ ਵੱਡੀ ਮੰਗ ਪੈਨਸ਼ਨਰਸ ਦੀ ਇਹ ਹੈ ਕਿ 3 ਲੱਖ ਦੇ ਕਰੀਬ ਜਿਹੜੇ ਪੈਨਸ਼ਨਰ ਨੇ ਪੰਜਾਬ ਦੇ ਵਿੱਚ ਕਿ ਉਹਨਾਂ ਨੂੰ 2.59 ਦਾ ਫੈਕਟਰ ਦੇ ਕੇ ਜਿਹੜੀ ਉਹਨਾਂ ਦੀ ਪੈਨਸ਼ਨ ਸੋਧੀ ਜਾਵੇ। ਮੈਂ ਗੱਲ ਕਰ ਰਿਹਾ 2016 ਤੋਂ ਪਹਿਲਾਂ, ਯਾਨੀ 1/1/2016 ਤੋਂ ਪਹਿਲਾਂ ਜਿਹੜੇ ਮੁਲਾਜ਼ਮ ਰਿਟਾਇਰ ਹੋਏ ਨੇ, ਕਿਉਂਕਿ ਬਾਅਦ ਵਾਲਿਆਂ ਨੂੰ 2.59 ਜਾਂ ਫਿਰ 2.25 ਜਾਂ ਫਿਰ 15% ਦਾ ਲਾਭ ਜਿਹੜਾ ਹੈ ਉਹਨਾਂ ਦੀ ਤਨਖਾਹਾਂ 'ਤੇ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਦੋਸਤੋ ਗੱਲ ਕਰੀਏ ਤਾਂ ਇੱਕ 5.1A ਫਾਰਮੂਲਾ ਜਿਹੜਾ ਹੈ ਉਹ ਵੀ ਜਿਹੜੇ ਪੈਨਸ਼ਨਰ ਨੇ ਉਹਨਾਂ ਨੂੰ ਦਿੱਤਾ ਗਿਆ ਸੀ, ਪਰ ਉਸ ਨੂੰ ਐਲੈਬੋਰੇਟ ਨਹੀਂ ਕੀਤਾ ਗਿਆ, ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਇਹ ਵੀ ਇੱਕ ਵੱਡੀ ਮੰਗ ਹੈ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਜਿਹੜੇ ਪੈਨਸ਼ਨਰ ਨੇ ਕਿ ਇਸ ਦੇ ਵਿੱਚ ਵੀ ਜਿਹੜਾ ਹੈ ਸੁਧਾਰ ਕੀਤਾ ਜਾਵੇ। ਔਰ ਇਸ ਤੋਂ ਇਲਾਵਾ ਦੋਸਤੋ ਬਹੁਤ ਸਾਰੇ ਮੁੱਦੇ ਨੇ ਪੇ ਕਮਿਸ਼ਨ ਦੇ ਵਿੱਚ ਲਗਾਤਾਰ ਅਸੀਂ ਗੱਲ ਕੀਤੀ ਹੈ। ਅਗਰ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਮੁਲਾਜ਼ਮ ਨੇ ਜੋ ਕਿ 2.59 ਦੇ ਫੈਕਟਰ ਤੋਂ ਵੀ ਖੁਸ਼ ਨਹੀਂ ਹਨ। ਉਹਨਾਂ ਦਾ ਮੰਨਣਾ ਹੈ ਕਿ ਮੁਲਾਜ਼ਮਾਂ ਨੂੰ 1/1/2016 ਤੋਂ 2.64 ਦਾ ਫੈਕਟਰ ਜਿਹੜਾ ਹੈ ਉਹ ਦਿੱਤਾ ਜਾਣਾ ਚਾਹੀਦਾ ਸੀ, ਜਾਂ ਫਿਰ ਇਸ ਤੋਂ ਵੀ ਬਿਹਤਰ ਫੈਕਟਰ ਜਿਹੜਾ ਹੈ ਉਹ ਪੇ ਕਮਿਸ਼ਨ ਦੇ ਵਿੱਚ ਦਿੱਤਾ ਜਾ ਸਕਦਾ। ਸੋ ਇਹ ਵੀ ਮੰਗ
ਮੰਗ ਜਿਹੜੀ ਹੈ ਮੁਲਾਜ਼ਮਾਂ ਦੀ ਇਸ ਦੇ ਵਿੱਚ ਹੈ। 15% ਦੇ ਫਾਰਮੂਲੇ ਦੀ ਜੇਕਰ ਗੱਲ ਕਰੀਏ ਤਾਂ 15% ਦੇ ਫਾਰਮੂਲੇ ਦੇ ਵਿੱਚ ਵੀ ਜੋ ਡੀਏ ਹੈ ਉਸ ਨੂੰ 113% ਮੰਨਿਆ ਗਿਆ। ਹੁਣ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੀਏ ਦੇ ਵਿੱਚ 113 ਦੀ ਥਾਂ ਤੇ ਹੁਣ 119% ਦੇ ਨਾਲ ਅਦਾਇਗੀ ਕਰਨ ਦੇ ਲਈ ਕਿਹਾ ਗਿਆ ਤੇ ਉਸ ਤੋਂ ਬਾਅਦ ਏਰੀਅਰ ਵੀ ਦਿੱਤਾ ਗਿਆ। ਸੋ ਇਹ ਵੀ ਇੱਕ ਮੰਗ ਹੈ ਕਿ 15% ਦੇ ਫਾਰਮੂਲੇ ਦੇ ਵਿੱਚ 113 ਦੀ ਥਾਂ 119% ਦਾ ਲਾਭ ਦਿੱਤਾ ਜਾਵੇ, ਔਰ ਇਸ ਦਾ ਲਾਭ ਇਹ ਹੋਵੇਗਾ ਕਿ ਇੱਕ ਇਨਕਰੀਮੈਂਟ ਲਗਭਗ ਹਰੇਕ ਮੁਲਾਜ਼ਮ ਨੂੰ ਜਿਹੜਾ ਹੈ ਉਹ ਵੱਧ ਮਿਲ ਜਾਏਗਾ ਜੇਕਰ 15% ਦੇ ਫਾਰਮੂਲੇ ਦੇ ਵਿੱਚ ਇਸ ਤਰ੍ਹਾਂ ਦੀ ਸੋਧ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਔਰ ਜੇਕਰ ਡੀਏ ਦੀ ਹੀ ਗੱਲ ਕਰੀਏ ਦੋਸਤੋ ਤਾਂ ਸਾਡੀ ਵੀਡੀਓਜ਼ ਦੇ ਉੱਤੇ ਇਹ ਵੀ ਲਗਭਗ ਬਹੁਤ ਸਾਰੇ ਕਮੈਂਟਸ ਨੇ ਕਿ ਸਰਕਾਰ ਨੂੰ ਇਹ ਵੀ ਚਾਹੀਦਾ ਕਿ ਜਿਹੜਾ ਡੀਏ ਹੈ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਉਹ ਸਮੇਂ ਸਿਰ ਦਿੱਤਾ ਜਾਵੇ, ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਇਸ ਵਕਤ 42% ਡੀਏ ਦੀ ਅਦਾਇਗੀ ਹੋ ਰਹੀ ਹੈ। ਔਰ ਇਹ ਵੀ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਬੜੀ ਜਲਦ 3% ਹੋਰ ਡੀਏ ਯਾਨੀ ਕਿ 45% ਡੀਏ ਦੇ ਨਾਲ ਉਹਨਾਂ ਨੂੰ ਪੈਨਸ਼ਨ ਤੇ ਤਨਖਾਹ ਦੀ ਅਦਾਇਗੀ ਹੋਵੇਗੀ। ਔਰ ਪੰਜਾਬ ਦੇ ਜਿਹੜੇ ਮੁਲਾਜ਼ਮ ਨੇ ਇਸ ਵਕਤ 34% ਹੀ ਡੀਏ ਜਿਹੜਾ ਹੈ ਉਹ ਲੈ ਰਹੇ ਨੇ। ਸੋ ਇਹ ਵੀ ਇੱਕ ਵੱਡੀ ਮੰਗ ਹੈ ਕਿ ਡੀਏ ਜਿਹੜਾ ਹੈ ਉਹ ਸਮੇਂ ਸਿਰ ਦਿੱਤਾ ਜਾਵੇ, ਔਰ ਜਿਹੜਾ ਹੈ ਕੇਂਦਰ ਸਰਕਾਰ ਜਦੋਂ ਵੀ ਇਸ ਦਾ ਐਲਾਨ ਕਰਦੀ ਹੈ ਮੁਲਾਜ਼ਮਾਂ ਨੂੰ ਲਗਭਗ ਨਾਲ ਦੇ ਨਾਲ ਹੀ ਜਿਹੜੀ ਹੈ ਇਸ ਦੀ ਅਦਾਇਗੀ ਹੋਵੇ। ਔਰ ਇਹ ਵੀ ਇੱਕ ਪੇ ਕਮਿਸ਼ਨ ਦਾ ਜਿਹੜਾ ਹੈ ਉਹ ਪਾਰਟ ਹੈ। ਸੋ ਇਸ ਦੀ ਮੰਗ ਵੀ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ। ਦੋਸਤੋ 6ਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ 37 ਭੱਤੇ ਜਿਨ੍ਹਾਂ ਦੀ ਅਸੀਂ ਲਗਭਗ ਹਰ ਵਾਰ ਗੱਲ ਕਰਦੇ ਹਾਂ, ਜਿਹਦੇ ਵਿੱਚ ਪੇਂਡੂ ਭੱਤਾ ਹੈ, ਬਾਰਡਰ ਏਰੀਆ ਅਲਾਊਂਸ ਹੈ, ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸੋ 2.5 ਸਾਲ ਦਾ ਸਮਾਂ ਜਿਹੜਾ ਇਸ ਨੂੰ ਹੋ ਚੁੱਕਿਆ ਹੈ। ਇਸ ਨੂੰ ਮੁੜ ਰਿਵਾਈਵ ਕਰਨ ਦੀ ਮੰਗ ਜਿਹੜੀ ਹੈ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ, ਕਿਉਂਕਿ ਬਹੁਤ ਸਾਰੇ ਭੱਤੇ ਨੇ ਜੋ ਕਿ ਬਹੁਤ ਸਾਰੇ ਮੁਲਾਜ਼ਮਾਂ ਨੂੰ ਅਫੈਕਟ ਕਰਦੇ ਨੇ। ਸੋ ਇਸ ਦੀ ਵੀ ਮੰਗ ਜਿਹੜੀ ਹੈ ਉਹ ਪੇ ਕਮਿਸ਼ਨ ਦੀ ਅਨੋਮਲੀ ਕਮੇਟੀ ਜਾਂ ਫਿਰ ਤਰੁੱਟੀਆਂ ਦੂਰ ਕਰਨ ਦੇ ਲਈ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਉਸ ਤੋਂ ਕੀਤੀ ਜਾ ਸਕਦੀ ਹੈ। ਅਸੀਂ ਲਗਭਗ ਹਰ ਵਾਰੀ ਗੱਲ ਕੀਤੀ ਹੈ ਕਿ ACP ਨੂੰ ਵੀ ਬੰਦ ਕੀਤਾ ਗਿਆ, ਯਾਨੀ ਕਿ ਅਸ਼ੋਰਡ ਕਰੀਅਰ ਪ੍ਰੋਗਰੈਸ਼ਨ ਨੂੰ ਬੰਦ ਕਰ ਦਿੱਤਾ ਗਿਆ, ਜਿਹਦੇ ਵਿੱਚ 4 ਸਾਲਾ 9 ਸਾਲਾ 14 ਸਾਲਾ 9 ਸਾਲਾ 16 ਸਾਲਾ 23 ਸਾਲਾ ਇਹ ਹਰ ਵਿਭਾਗ ਦੇ ਵਿੱਚ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਸ ਦੀ ਅਦਾਇਗੀ ਹੁੰਦੀ ਹੈ। ਇਸ ਨੂੰ ਵੀ ਬੰਦ ਕੀਤਾ ਗਿਆ। 2.5 ਸਾਲ ਦਾ ਸਮਾਂ ਇਸ ਨੂੰ ਵੀ ਹੋ ਗਿਆ ਹੈ ਬੰਦ ਕੀਤੇ ਨੂੰ। ਸੋ ਇਸ ਨੂੰ ਵੀ ਮੁੜ ਰਿਵਾਈਵ ਕਰਨ ਦੀ ਮੰਗ ਜਿਹੜੀ ਹੈ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ। ਆਉਣ ਵਾਲੇ ਮਹੀਨਿਆਂ ਦੇ ਵਿੱਚ ਦੀਵਾਲੀ ਦਾ ਤਿਉਹਾਰ ਆ ਰਿਹਾ ਔਰ ਮੁਲਾਜ਼ਮਾਂ ਨੂੰ ਡੀਏ ਦੀ ਅਦਾਇਗੀ ਜਿਹੜੀ ਹੈ ਇਸ ਵਕਤ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਹੈ। ਔਰ ਇਹ ਵੀ ਆਸ ਜਿਹੜੀ ਹੈ ਮੁਲਾਜ਼ਮਾਂ ਵੱਲੋਂ ਕੀਤੀ ਜਾ ਸਕਦੀ ਹੈ ਕਿ 5.5 ਸਾਲ ਦਾ ਜਿਹੜਾ ਏਰੀਅਰ ਜੋ ਕਿ ਪਿਛਲੀ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕਿਸ਼ਤਾਂ ਦੇ ਵਿੱਚ ਹਰ 6 ਮਹੀਨੇ ਬਾਅਦ ਇੱਕ ਕਿਸ਼ਤ ਦੀ ਅਦਾਇਗੀ ਹੋਵੇਗੀ ਏਰੀਅਰ ਦੀ, ਉਸ ਨੂੰ ਵੀ ਲੈ ਕੇ ਕੋਈ ਖਬਰ ਜਿਹੜੀ ਹੈ ਸੁਣਨ ਦੇ ਵਿੱਚ ਆ ਸਕਦੀ ਹੈ। ਔਰ ਇਹ ਵੀ ਮੰਗ ਜਿਹੜੀ ਮੁਲਾਜ਼ਮਾਂ ਵੱਲੋਂ ਜਾਂ ਪੈਨਸ਼ਨਰਾਂ ਵੱਲੋਂ ਕੀਤੀ ਜਾਵੇਗੀ। ਪੈਨਸ਼ਨਰਾਂ ਵੱਲੋਂ ਇਹ ਵੀ ਕਮੈਂਟ ਜਿਹੜੀ ਸਾਡੀ ਵੀਡੀਓਜ਼ ਦੇ ਉੱਪਰ ਕੀਤੇ ਗਏ ਨੇ ਕਿ ਲੀਵ ਇਨਕੈਸ਼ਮੈਂਟ ਜਿਹੜੀ ਰਿਵਾਈਜ਼ ਕੀਤੀ ਗਈ ਹੈ, ਗ੍ਰੈਚੁਟੀ ਰਿਵਾਈਜ਼ ਕੀਤੀ ਗਈ ਹੈ, ਉਸ ਨੂੰ ਲੈ ਕੇ ਵੀ ਜਿਹੜੀ ਹੈ ਕੋਈ ਅਦਾਇਗੀ ਜਾਂ ਫਿਰ ਏਰੀਅਰ ਦੀ ਅਦਾਇਗੀ ਜਿਹੜੀ ਹੈ ਸਰਕਾਰ ਵੱਲੋਂ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਜਿਹੜੇ ਸਾਡੇ ਪ੍ਰੋਪਰੇਸ਼ਨ ਦੇ ਵਿੱਚ ਸਾਥੀ ਨੇ ਲਗਭਗ 3 ਸਾਲ ਦਾ ਸਮਾਂ ਜਿਹੜਾ ਉਹ ਬਤੀਤ ਕਰਦੇ ਨੇ। 6ਵੇਂ ਪੇ ਕਮਿਸ਼ਨ ਦੀ ਜਿਹੜੀ ਮੁੱਢਲੀ ਰਿਪੋਰਟ ਜੁਲਾਈ ਦੇ ਵਿੱਚ ਆਈ ਸੀ, ਜੁਲਾਈ 2021 ਦੇ ਵਿੱਚ, ਉਸ ਵਿੱਚ ਲਿਖਿਆ ਗਿਆ ਸੀ ਕਿ ਹਰ ਮੁਲਾਜ਼ਮ ਨੂੰ ਘੱਟੋ ਘੱਟ 18,000 ਤਨਖਾਹ ਦੀ ਅਦਾਇਗੀ ਜਿਹੜੀ ਹੈ ਉਹ ਕਰਨੀ ਬਣਦੀ ਹੈ। ਪਰ ਇਸ ਤਰ੍ਹਾਂ ਨਹੀਂ ਹੋਇਆ। ਦਸੰਬਰ 2021 ਦੇ ਵਿੱਚ ਇੱਕ ਸਰਕੂਲਰ ਆਇਆ ਜਿਹਦੇ ਵਿੱਚ ਲਿਖਿਆ ਗਿਆ ਕਿ ਜਿਹੜਾ 18,000 ਨਾ ਦੇ ਕੇ ਇਹਨਾਂ ਮੁਲਾਜ਼ਮਾਂ ਨੂੰ TC ਰੇਟ ਹੀ ਜਿਹੜਾ ਹੈ ਦਿੱਤਾ ਜਾਵੇ। ਸੋ ਪ੍ਰੋਬੇਸ਼ਨ ਦੇ ਵਿੱਚ ਜਿਹੜੇ ਸਾਥੀ ਨੇ, ਨਵੇਂ ਭਰਤੀ ਮੁਲਾਜ਼ਮ ਨੇ, ਉਹ ਵੀ ਇਹ ਮੰਗ ਕਰ ਸਕਦੇ ਨੇ ਕਿ ਇਸ ਦੇ ਵਿੱਚ ਵੀ ਜਿਹੜੀ ਹੈ ਕੋਈ ਨਾ ਕੋਈ ਸੋਧ ਕੀਤੀ ਜਾਵੇ, ਕਿਉਂਕਿ ਹੁਣ ਜਿਹੜਾ ਹਾਈ ਕੋਰਟ ਵੱਲੋਂ ਵੀ ਹੁਕਮ ਜਾਰੀ ਕੀਤੇ ਗਏ ਨੇ ਫਰਵਰੀ ਦੇ ਵਿੱਚ ਕਿ ਪ੍ਰੋਬੇਸ਼ਨ ਦੇ ਵਿੱਚ ਪੂਰੀ ਤਨਖਾਹ ਦਿੱਤੀ ਜਾਵੇ, ਜਿਸ ਨੂੰ ਲੈ ਕੇ ਕਿ ਪੰਜਾਬ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਚਲੀ ਗਈ ਹੈ। ਪਰ ਲਗਭਗ ਜੇਕਰ 6ਵੇਂ ਪੇ ਕਮਿਸ਼ਨ ਦੀ ਗੱਲ ਕਰੀਏ ਦੋਸਤੋ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਅਨੋਮਲੀਜ਼ ਨੇ ਜੋ ਕਿ ਇੰਪਲਾਈ ਟੂ ਇੰਪਲਾਈ ਵੇਰੀ ਕਰਦੀਆਂ ਨੇ, ਯਾਨੀ ਕਿ ਪ੍ਰਮੋਸ਼ਨ ਦੇ ਵਿੱਚ ਵੀ ਜਿਹੜਾ ਬਹੁਤ ਸਾਰੇ ਮੁਲਾਜ਼ਮਾਂ ਨੂੰ 6ਵੇਂ ਪੇ ਕਮਿਸ਼ਨ ਦੇ ਲਾਗੂ ਹੋਣ ਤੋਂ ਬਾਅਦ ਲਾਭ ਨਹੀਂ ਹੋਇਆ। ਆਪਸ਼ਨ ਦੇ ਵਿੱਚ ਜੇਕਰ ਦੇਰੀ ਹੋਈ ਹੈ ਤਾਂ ਆਪਸ਼ਨ ਨੂੰ ਮੁੜ ਰਿਵਾਈਜ਼ ਜਾਂ ਫਿਰ ਉਸ ਨੂੰ ਐਕਸਰਸਾਈਜ਼ ਕਰਨ ਦੀ ਜਿਹੜੀ ਹੈ ਕੋਈ ਨਾ ਕੋਈ ਸਰਕੂਲਰ ਜਾਂ ਫਿਰ ਪੱਤਰ ਜਿਹੜਾ ਪੇ ਕਮਿਸ਼ਨ ਵੱਲੋਂ ਜਾਰੀ ਕੀਤਾ ਜਾ ਸਕਦਾ ਹੈ। ਸੋ ਦੋਸਤੋ ਇਸ ਨੂੰ ਲੈ ਕੇ ਵੀਡੀਓ ਕਿ ਜਿਹੜੀ ਅਨੋਮਲੀ ਕਮੇਟੀ ਜਾਂ ਫਿਰ ਤਰੁੱਟੀਆਂ ਨੂੰ ਦੂਰ ਕਰਨ ਦੇ ਲਈ ਜਿਹੜੀ ਕਮੇਟੀ ਦਾ ਗਠਨ ਕੀਤਾ ਗਿਆ ਉਸ ਦਾ ਲਾਭ ਕੀ ਹੋਵੇਗਾ, ਕਿਉਂਕਿ ਇਹ ਸਵਾਲ ਇਹੀ ਬਾਰ-ਬਾਰ ਪੁੱਛਿਆ ਜਾ ਰਿਹਾ ਸੀ ਕਿ ਪੇ ਕਮਿਸ਼ਨ ਨੂੰ ਲੈ ਕੇ ਸਰਕਾਰ ਵੱਲੋਂ ਸਿਰਫ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਇਸ ਦੀ ਆਊਟਪੁੱਟ ਕੁਝ ਨਹੀਂ ਹੋਵੇਗੀ। ਪਰ ਬਹੁਤ ਸਾਰੇ ਇੱਦਾਂ ਦੇ ਮੁੱਦੇ ਨੇ ਜਿਸ ਨੂੰ ਕਿ ਰੱਖਣ ਦੇ ਲਈ ਮੁਲਾਜ਼ਮਾਂ ਨੂੰ ਇੱਕ ਜਿਹੜਾ ਹੈ ਪਲੇਟਫਾਰਮ ਜਾਂ ਮੰਚ ਜ਼ਰੂਰ ਮਿਲ ਗਿਆ, ਯਾਨੀ ਕਿ ਮੁਲਾਜ਼ਮ ਤੇ ਪੈਨਸ਼ਨਰ ਜਿਹੜੀਆਂ ਨੇ ਇਸ ਕਮੇਟੀ ਤੱਕ ਆਪਣੀ ਗੱਲ ਜਿਹੜੀ ਹੈ ਜ਼ਰੂਰ ਪਹੁੰਚਾ ਸਕਣਗੇ। ਔਰ ਇਹ ਗੱਲ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਜਾਂ ਫਿਰ ਵਿੱਤ ਮੰਤਰੀ ਸਾਹਿਬ ਕੋਲ ਵੀ ਜਿਹੜੀ ਹੈ ਉਹ ਜ਼ਰੂਰ ਜਾਵੇਗੀ। ਸੋ ਆਸ ਕਰਦੇ ਹਾਂ ਦੋਸਤੋ ਕਿ ਅੱਜ ਦੀ ਵੀਡੀਓ ਤੇ ਅਪਡੇਟ ਤੁਹਾਨੂੰ ਵਧੀਆ ਲੱਗੀ ਹੋਵੇਗੀ। ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਸਾਡੇ ਚੈਨਲ ਤੇ ਆ ਰਹੀ ਵੀਡੀਓਜ਼ ਤੁਹਾਨੂੰ ਵਧੀਆ ਲੱਗ ਰਹੀਆਂ ਤਾਂ ਸਾਡਾ ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਬਸ ਇਸੇ ਤਰ੍ਹਾਂ ਹੀ ਜੁੜੇ ਰਹੋ, ਇਸੇ ਤਰ੍ਹਾਂ ਹੀ ਸਾਡਾ ਹੌਸਲਾ ਵਧਾਉਂਦੇ ਰਹੋ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।